ਪੰਜਾਬੀ ਰੇਡੀਓ USA ਸੁਣਨ ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਸਰੋਤਿਓ ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਜੁੜਦੇ ਨੇ ਜੀ ਬਲਤੇਜ ਪੰਨੂ ਜੀ, ਜੁੜ ਚੁੱਕੇ ਨੇ ਜੀ ਸਾਡੇ ਨਾਲ ਪਟਿਆਲਾ ਸਟੂਡੀਓਜ਼ ਤੋਂ। ਸਤਿ ਸ਼੍ਰੀ ਅਕਾਲ ਜੀ, ਆਇਆਂ ਨੂੰ ਸਵਾਗਤ ਹੈ ਜੀ ਪ੍ਰੋਗਰਾਮ 'ਚ। ਜੀ ਧੰਨਵਾਦ ਜੀ, ਮਿਹਰਬਾਨੀ ਜੀ। ਤੇ ਸਾਡੇ ਇਸ ਪ੍ਰੋਗਰਾਮ ਦੇ ਸਪਾਂਸਰਸ ਨੇ ਜੀ ਖਾਲਸਾ ਇੰਸ਼ੋਰੈਂਸ ਵਾਲੇ, ਗੁਰਦੀਪ ਸਿੰਘ ਬਿਰਦੀ ਜੀ, ਸਤਨਾਮ ਸਿੰਘ ਸ਼ੇਰਗਿੱਲ, ਬਹਾਦਰ ਸਿੰਘ ਗਿੱਲ, ਇਸ਼ਾਨਜੀਤ ਸਿੰਘ ਕਲੋਟੀ, ਸੁਖਵਿੰਦਰ ਸਿੰਘ, ਜਸਵੀਰ ਕੌਰ, ਸਰਬਜੀਤ ਸਿੰਘ ਛੋਕਰ, ਗੁਰਦਾਵਰ ਸਿੰਘ, ਮਨਜੀਤ ਕੌਰ, ਸੋਢੀ ਸਿੰਘ, ਅਵਤਾਰ ਸਿੰਘ, ਰਣਜੀਤ ਕੌਰ ਸਿੱਧੂ ਅਤੇ ਸ਼ਿਕਾਗੋ ਪੀਜ਼ਾ। ਵੈਬਸਾਈਟ www.chicagopizza.com। ਅਤੇ ਜੀ ਅੱਜ ਦੇ ਖਬਰਾਂ ਦਾ ਇਹ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ। ਪੁਲਿਸ ਨੇ 36 ਸਾਲ ਵਲਟੋਏ ਨੂੰ ਬਚਾਈ ਰੱਖਿਆ। ਚਲੋ ਇਹ ਮਾਮਲਾ 1983 ਦਾ ਇੱਕ ਵਾਰੀ ਫਿਰ ਇਹ ਹਾਈਲਾਈਟ ਹੋਇਆ ਕਿ ਪੱਟੀ ਦੇ ਡਾਕਟਰ ਸੁਦਰਸ਼ਨ ਕੁਮਾਰ ਤ੍ਰਿਹਨ ਕਤਲ ਕੇਸ ਦੇ ਮਾਮਲੇ ਦੇ ਵਿੱਚ ਵਿਰਸਾ ਸਿੰਘ ਵਲਟੋਹਾ ਜਿਹੜਾ ਅਕਾਲੀ ਆਗੂ ਹੈ ਉਹ 36 ਸਾਲ ਬਚਿਆ ਕਿਵੇਂ ਰਿਹਾ, ਔਰ ਖਾਸ ਤੌਰ ਦੇ ਉੱਤੇ ਜਿਹੜੀਆਂ ਏਜੰਸੀਆਂ ਨੇ ਉਹਨਾਂ ਦੇ ਅਧਿਕਾਰੀਆਂ ਦੀਆਂ ਅੱਖਾਂ ਦੇ ਵਿੱਚ ਘੱਟਾ ਕਿਵੇਂ ਜਿਹੜਾ ਸੀ ਉਹ ਪਾਉਂਦਾ ਰਿਹਾ, ਕਿਉਂਕਿ ਵਿਰਸਾ ਸਿੰਘ ਵਲਟੋਹਾ ਇਸ ਕਤਲ ਕੇਸ ਮਾਮਲੇ ਦੇ ਵਿੱਚ ਅਦਾਲਤ ਦਾ ਭਗੌੜਾ ਹੈ। ਔਰ ਇਹ ਵੀ ਕਿਹਾ ਜਾ ਰਿਹਾ ਹੈ ਕਿ ਡਾਕਟਰ ਤ੍ਰਿਹਨ ਜੀ ਦਾ ਕਤਲ 30 ਸਤੰਬਰ 1983 ਨੂੰ ਉਹਦੇ ਕਲੀਨਿਕ ਦੇ ਵਿੱਚ ਹੋਇਆ ਸੀਗਾ। ਉਸ ਮਾਮਲੇ ਦਾ ਰਿਕਾਰਡ ਜਿਹੜਾ ਪੱਟੀ ਦੇ ਵਿੱਚੋਂ ਥਾਣੇ ਦੇ ਵਿੱਚੋਂ ਗਾਇਬ ਹੋ ਗਿਆ। ਹੁਣ ਇਹ ਰਿਕਾਰਡ ਕਿਵੇਂ ਜਿਹੜਾ ਸੀ ਉਹ ਗਾਇਬ ਹੋਇਆ, ਇਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਕਹ ਲਓ ਕਿ ਅਜੀਬ ਗੱਲ ਹੈ। ਔਰ ਜੇ ਰਿਕਾਰਡ ਗਾਇਬ ਹੋ ਗਿਆ ਤੇ ਫਿਰ ਉਹਦੀ ਇਨਵੈਸਟੀਗੇਸ਼ਨ ਜਿਹੜੀ ਆ ਉਹ ਕਿਉਂ ਨਹੀਂ ਕੀਤੀ ਗਈ, ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਜਿਹੜਾ ਉਹ ਸਵਾਲ ਸੀਗਾ। ਹੁਣ ਇਹ ਮਾਮਲਾ ਇੱਕ ਵਾਰੀ ਫਿਰ ਚਰਚਾ ਦੇ ਵਿੱਚ ਜਿਹੜਾ ਜੀ ਉਹ ਹੈ, ਇਸ ਕਰਕੇ ਕਿ ਇੱਥੇ ਵੱਡੀਆਂ ਜਿਹੜੀਆਂ ਖਬਰਾਂ ਨੇ ਉਹਨਾਂ ਨੇ ਇਹ ਚਰਚਾ ਦੇ ਵਿੱਚ ਜਿਹੜਾ ਜੀ ਸਾਰਾ ਕੁਛ ਲਿਆਂਦਾ। ਇਹ ਵੀ ਕਿਹਾ ਜਾ ਰਿਹਾ ਹੈ ਕਿ ਜਿਹੜੇ ਇੱਥੋਂ ਡਾਕਟਰ ਤੇਜਪ੍ਰੀਤ ਸਿੰਘ ਪੀਟਰ ਸੰਧੂ ਨੇ, ਜਿਹੜਾ ਪੰਜਾਬ ਕਾਂਗਰਸ ਦੇ ਜਨਰਲ ਸਕੱਤਰ ਆ, ਉਹਨੇ ਵਲਟੋਹੇ ਦੇ ਖਿਲਾਫ CBI ਜਾਂਚ ਕਰਾਉਣ ਦੇ ਵਾਸਤੇ ਅਦਾਲਤ ਦੇ ਵਿੱਚ ਉਹਨੇ ਕਿਹਾ ਕਿ ਉਹ ਇੱਕ PIL ਪਾਉਣਗੇ। ਦੂਜੇ ਪਾਸੇ ਜਿਹੜੀ ਵਿਰੋਧੀ ਧਿਰ ਹੈ ਆਮ ਆਦਮੀ ਪਾਰਟੀ, ਉਹਨੇ ਵੀ ਇਸ ਮਸਲੇ ਦੇ ਉੱਤੇ ਅਕਾਲੀ ਦਲ ਨੂੰ ਜਿਹੜਾ ਉਹ ਘੇਰਨ ਦੇ ਯਤਨ ਕੀਤੇ ਆ, ਔਰ ਇਹ ਕਿਹਾ ਕਿ ਅਕਾਲੀ ਦਲ ਜਿਹੜਾ ਦੀ ਉਹ ਦੱਸੇ ਕਿ ਉਹ ਵਿਅਕਤੀ ਜਿਹਦੇ ਉੱਤੇ ਕਤਲ ਦਾ ਦੋਸ਼ ਹੈ ਉਹ ਅਦਾਲਤੀ ਭਗੌੜਾ ਹੈ, ਤੇ ਜਿਹੜੇ ਉਹ ਫਾਰਮ ਵਗੈਰਾ ਉਹਨੇ ਆਪਣੇ ਸਬਮਿਟ ਕਰਵਾਏ ਉਹਦੇ ਵਿੱਚ ਉਹਨੇ ਇਹ ਕਿਵੇਂ ਸਾਰਾ ਕੁਛ ਦੱਸਿਆ। ਔਰ ਅਕਾਲੀ ਦਲ ਨੂੰ ਜਦੋਂ ਪਤਾ ਸੀ ਤਾਂ ਉਹਨੂੰ 2 ਵਾਰੀ ਕਿਵੇਂ ਉਹਨੇ ਜਿਹੜਾ ਉਹ ਵਿਧਾਇਕ ਬਣਾ ਦਿੱਤਾ। ਮਸਲਾ ਇਸ ਵੇਲੇ ਜਿਹੜਾ ਜੀ ਉਹ ਕਾਫੀ ਭਖਿਆ ਹੋਇਆ। ਇਹਦੇ ਉੱਤੇ ਕੋਈ ਪ੍ਰਤੀਕਰਮ ਜਿਹੜਾ ਜੀ ਉਹ ਵਿਰਸਾ ਸਿੰਘ ਵਲਟੋਹਾ ਆਪਣਾ ਨਹੀਂ ਹਾਲ ਦੀ ਘੜੀ ਜਿਹੜਾ ਜੀ ਉਹ ਦੇ ਰਿਹਾ। ਉਮੀਦ ਹੈ ਕਿ ਆਉਂਦੇ ਦਿਨਾਂ ਦੇ ਦੌਰਾਨ ਇਹ ਹੋਰ ਜ਼ਿਆਦਾ ਜਿਹੜਾ ਜੀ ਇਸ਼ੂ ਭਖੂਗਾ ਜੀ। ਤੇ ਅਗਲੀ ਖਬਰ ਵੱਲ ਚੱਲੀਏ ਜੀ। ਟੀਚਰਾਂ ਨੇ ਪੁਲਿਸ ਦੇ ਨਾਕੇ ਤੋੜ ਕੇ ਲੋਹੜੀ ਦੇ ਮੌਕੇ ਤੇ ਮੁੱਖ ਮੰਤਰੀ ਦੇ ਘਰ ਮੂਹਰੇ ਕੀਤਾ ਰੋਸ ਪ੍ਰਦਰਸ਼ਨ। ਇਹ ਐਕਚੁਅਲੀ ਜਿਹੜਾ ਕਿ ਪਟਿਆਲੇ ਦੇ ਵਿੱਚ, ਹਾਲਾਂਕਿ ਟੀਚਰ ਜਿਹੜੇ ਜੀ ਉਹ ਪਹਿਲਾਂ ਵੀ ਕਰਦੇ ਰਹੇ ਨੇ ਐਜੂਕੇਸ਼ਨ ਜਿਹੜੀਆਂ ਜੀ, ਇੱਕ ਵਾਰੀ ਫਿਰ ਹੈਰਾਨੀਜਨਕ ਤਰੀਕੇ ਦੇ ਨਾਲ ਜਿਹੜੇ ਟੀਚਰ ਸੀ ਉਹ ਵੱਡੀ ਗਿਣਤੀ ਦੇ ਵਿੱਚ ਪਹੁੰਚ ਗਏ ਇੱਥੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਮਹਿਲ ਦੇ ਨੇੜੇ। ਨਾ ਸਿਰਫ ਪਹੁੰਚ ਗਏ ਬਲਕਿ ਉਹਨਾਂ ਨੇ ਪੁਲਿਸ ਦੇ ਵੱਲੋਂ ਲਾਈਆਂ ਗਈਆਂ ਜਿਹੜੀਆਂ ਬੈਰੀਕੇਡ ਸੀਗੀਆਂ ਉਹ ਵੀ ਡੇਗ ਦਿੱਤੀਆਂ, ਤੋੜ ਕੇ ਇੱਕ ਨਾਕਾ ਤੋੜਿਆ, ਫਿਰ ਦੂਜਾ ਨਾਕਾ ਜਿਹੜਾ ਸੀ ਉਹ ਤੋੜ ਕੇ ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਘਰ ਦੇ ਮੂਹਰੇ ਜਿਹੜਾ ਸੀ ਉਹ ਪਹੁੰਚ ਗਏ। ਬੇਸ਼ੱਕ ਉਹ ਇੱਥੇ ਤਾਂ ਨਹੀਂ ਰਹਿੰਦੇ ਕੈਪਟਨ ਅਮਰਿੰਦਰ ਸਿੰਘ ਹੋਰੀ ਇੰਨੀ ਦਿਨੀ, ਪਰ ਪਰਨੀਤ ਕੌਰ ਹੋਰੀ ਕਿਉਂਕਿ ਇੱਥੇ ਹੀ ਰਹਿੰਦੇ ਨੇ, ਕੈਪਟਨ ਅਮਰਿੰਦਰ ਸਿੰਘ ਜ਼ਿਆਦਾ ਚੰਡੀਗੜ੍ਹ ਰਹਿੰਦੇ ਨੇ। ਪਰ ਜਿਹੜੇ ਟੀਚਰ ਸੀਗੇ ਜੀ ਉਹ ਆਪਣਾ ਰੋਸ ਜਿਹੜਾ ਸੀ ਖਾਲੀ ਭਾਂਡੇ ਖੜਕਾਉਂਦੇ ਹੋਏ ਜਿਹੜਾ ਜੀ ਉਹ ਪ੍ਰਗਟ ਕਰ ਰਹੇ ਸੀਗੇ। ਲੋਹੜੀ ਦੇ ਮੌਕੇ ਦੇ ਉੱਤੇ ਉਹਨਾਂ ਨੇ ਇਹ ਰੋਸ ਪ੍ਰਗਟ ਕਰਦਿਆਂ ਹੋਇਆ ਇਹ ਗੱਲ ਆਖੀ ਕਿ ਇੰਨੀ ਸਖਤ ਠੰਡ ਦੇ ਵਿੱਚ ਦਿਨ ਤਿਉਹਾਰ ਦੇ ਮੌਕੇ ਦੇ ਉੱਤੇ ਇਹ ਟੀਚਰ ਜਿਹੜੇ ਨੇ ਜੀ ਉਹ ਸੰਘਰਸ਼ ਦੇ ਰਾਹ ਪਏ ਹੋਏ ਆ। ਔਰ ਉਹਨਾਂ ਨੇ ਇਹ ਗੱਲ ਕਹੀ ਕਿ ਜਦੋਂ ਅਧਿਆਪਕਾਂ ਦੇ ਖਾਤਿਆਂ ਦੇ ਵਿੱਚ ਹੀ ਕੁਛ ਨਹੀਂ ਹੈਗਾ, ਪਿਛਲੇ ਕਈ ਮਹੀਨਿਆਂ ਤੋਂ ਉਹਨਾਂ ਨੂੰ ਤਨਖਾਹ ਨਹੀਂ ਮਿਲੀ,
ਤੇ ਉਹ ਇਹੋ ਜਿਹੇ ਤਿਉਹਾਰ ਜਿਹੜੇ ਜੀ ਉਹ ਕਿਵੇਂ ਮਨਾ ਸਕਦੇ ਆ। ਯਾਦ ਰਹੇ ਕਿ ਪਟਿਆਲੇ ਦੇ ਵਿੱਚ ਲੰਮਾ ਸਮਾਂ ਟੀਚਰਸ ਨੇ ਇੱਥੇ ਸੰਘਰਸ਼ ਕੀਤਾ, ਉਹਨਾਂ ਨੂੰ ਸੰਘਰਸ਼ ਤੋਂ ਉਠਾ ਲਿਆ ਗਿਆ। ਜਿਹੜੇ 42,000 42,000 ਤਨਖਾਹ ਸੀ ਉਹਨੂੰ 15,000 ਦੇ ਉੱਤੇ ਲਿਆਂਦਾ ਗਿਆ ਸੀਗਾ, ਜਿਹਦੇ ਵਿਰੋਧ ਦੇ ਵਿੱਚ ਇਹ ਟੀਚਰ ਜਿਹੜੇ ਉਹ ਸੰਘਰਸ਼ ਕਰ ਰਹੇ ਆ। ਇੱਕ ਵਾਰੀ ਫੇਰ ਹੁਣ ਜਿਹੜੀ ਸਾਂਝੀ ਜਥੇਬੰਦੀ ਆ ਟੀਚਰਾਂ ਦੀ ਬਣੀ ਇੱਕ, ਉਹਦੇ ਵੱਲੋਂ ਪਟਿਆਲੇ ਦੇ ਵਿੱਚ ਇਹ ਸੰਘਰਸ਼ ਜਿਹੜਾ ਦੀ ਉਹ ਸ਼ੁਰੂ ਕੀਤਾ ਗਿਆ। ਕੈਪਟਨ ਅਮਰਿੰਦਰ ਸਿੰਘ ਹੋਰਾਂ ਦੇ ਮਹਿਲ, ਉਹਨਾਂ ਦੇ ਘਰ ਦੇ ਮੂਹਰੇ ਇਹਨਾਂ ਦੇ ਟੀਚਰਾਂ ਦਾ ਜਿਹੜਾ ਦੀ ਉਹ ਪਹੁੰਚ ਜਾਣਾ, ਉਹਨੇ ਪੁਲਿਸ ਨੂੰ ਤੇ ਪ੍ਰਸ਼ਾਸਨ ਨੂੰ ਵਕਤ ਪਾ ਦਿੱਤਾ ਜੀ। ਉਹਦਾ ਕਾਰਨ ਇੱਕ ਵੱਡਾ ਇਹ ਆ ਕਿ 26 ਜਨਵਰੀ ਨੂੰ ਪਟਿਆਲੇ ਦੇ ਵਿੱਚ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਹੋਰਾਂ ਨੇ ਝੰਡਾ ਜਿਹੜਾ ਦੀ ਉਹ ਲਹਿਰਾਉਣਾ। ਇਸ ਵਾਰੀ ਇਹ ਜਿਹੜਾ ਝੰਡਾ ਹੈ ਉਹ YPS ਗਰਾਊਂਡ ਦੇ ਵਿੱਚ ਨਹੀਂ ਬਲਕਿ ਪੋਲੋ ਗਰਾਊਂਡ ਦੇ ਵਿੱਚ ਜਿਹੜਾ ਦੀ ਉਹ ਲਹਿਰਾਇਆ ਜਾਊਗਾ। ਤੇ ਉੱਥੇ ਇਹ ਕਿਤੇ ਟੀਚਰ ਜਿਹੜੇ ਨੇ ਉਹ ਇਸੇ ਤਰੀਕੇ ਦਾ ਕੋਈ ਕਾਰਵਾਈ ਜਿਹੜੀ ਦੀ ਉਹ ਨਾ ਪਾ ਦੇਣ, ਜਿਹਨੂੰ ਲੈ ਕੇ ਇਸ ਵੇਲੇ ਪੁਲਿਸ ਪ੍ਰਸ਼ਾਸਨ ਜਿਹੜਾ ਦੀ ਉਹ ਕਾਫੀ ਸਖਤ ਜਿਹੜੇ ਦੀ ਉਹ ਇੰਤਜ਼ਾਮ ਆਉਂਦੇ ਦਿਨਾਂ ਦੇ ਦੌਰਾਨ ਪਟਿਆਲੇ ਦੇ ਵਿੱਚ ਕਰ ਸਕਦਾ। ਇੰਤਜ਼ਾਮ ਤਾਂ ਕੱਲ ਵੀ ਬਹੁਤ ਜ਼ਿਆਦਾ ਜਿਹੜੇ ਦੀ ਉਹ ਸਖਤ ਕੀਤੇ ਹੋਏ ਸੀਗੇ ਪੁਲਿਸ ਦੇ, ਪਰ ਪੁਲਿਸ ਦੇ ਨਾਕਿਆਂ ਨੂੰ ਜਿਹੜੇ ਤਰੀਕੇ ਦੇ ਨਾਲ ਤੋੜਿਆ ਇਹਨਾਂ ਜਿਹੜੇ ਟੀਚਰਸ ਨੇ, ਸੰਘਰਸ਼ ਕਰ ਰਹੇ ਟੀਚਰਸ ਨੇ, ਉਹਨੇ ਸਵਾਲੀਆ ਚਿੰਨ੍ਹ ਤਾਂ ਜਿਹੜੇ ਆ ਜੀ ਉਹ ਸੁਰੱਖਿਆ, ਜਿਹਦੇ ਵਾਸਤੇ ਕਿਹਾ ਜਾਂਦਾ ਕਿ ਕਈ ਲੇਅਰ ਜਿਹੜੀਆਂ ਜੀ ਉਹ ਬਣਾਈਆਂ ਪੁਲਿਸ ਨੇ, ਇੱਕ ਤੋਂ ਬਾਅਦ ਦੂਸਰਾ ਨਾਕਾ, ਦੂਸਰੇ ਤੋਂ ਬਾਅਦ ਤੀਸਰਾ ਨਾਕਾ, ਪਰ ਉਹਨਾਂ ਦਾ ਐਕਸ਼ਨ ਇੰਨਾ ਤੇਜ਼ ਤੇ ਇੰਨਾ ਜਿਹੜਾ ਚੁਸਤ ਫੁਰਤ ਸੀਗਾ ਕਿ ਉਹਦੇ ਸਾਹਮਣੇ ਪੁਲਿਸ ਦੇ ਜਿਹੜੇ ਕੀਤੇ ਗਏ ਪ੍ਰਬੰਧ ਸੀਗੇ ਸਾਰੇ ਦੇ ਸਾਰੇ ਧਰੇ ਧਰਾਏ ਰਹਿ ਗਏ ਜੀ। ਤੇ ਅਗਲੀ ਗੱਲ ਕਰੀਏ ਜੀ, ਕਾਂਗਰਸ ਨੇ ਉੱਤਰ ਪ੍ਰਦੇਸ਼ ਦੇ ਵਿੱਚ ਸਾਰੀਆਂ ਸੀਟਾਂ ਤੇ ਲੜਨ ਦਾ ਕੀਤਾ ਐਲਾਨ। ਕਾਂਗਰਸ ਦੇ ਵੱਲੋਂ ਜਿਹੜਾ ਜੀ ਉਹਦੇ ਕੋਲ ਰਾਹ ਕੋਈ ਨਹੀਂ ਸੀ ਬਚਿਆ, ਕਿਉਂਕਿ ਸੱਪਾ ਤੇ ਬਸਪਾ ਜਿਹੜੀਆਂ ਜੀ ਉਹ ਇਕੱਠੀਆਂ ਹੋ ਗਈਆਂ। ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਦਾ ਗੱਠਜੋੜ, ਜਿਨ੍ਹਾਂ ਨੇ 38 ਸੀਟਾਂ ਦੇ ਉੱਤੇ ਲੜਨ ਦਾ ਐਲਾਨ ਕੀਤਾ ਸੀਗਾ, ਇਹ ਗੱਲ ਆਖੀ ਸੀ ਕਿ 2 ਸੀਟਾਂ ਉਹ ਕਾਂਗਰਸ ਦੇ ਵਾਸਤੇ ਜਿਹੜਾ ਉਹ ਛੱਡਣਗੇ, ਕਿਉਂਕਿ ਉੱਤਰ ਪ੍ਰਦੇਸ਼ ਸਭ ਤੋਂ ਵੱਡਾ ਸੂਬਾ, 80 ਸੀਟਾਂ ਨੇ ਇੱਥੇ ਉੱਤਰ ਪ੍ਰਦੇਸ਼ ਦੇ ਵਿੱਚ, ਔਰ ਮੁਲਕ ਦੀ ਸਰਕਾਰ ਬਣਾਉਣ ਦੇ ਵਿੱਚ ਬਹੁਤ ਵੱਡਾ ਰੋਲ ਇਸ ਸੂਬੇ ਦਾ ਰਹਿੰਦਾ। ਤੋ ਹੁਣ ਜਿਹੜਾ ਜੀ ਕਾਂਗਰਸ ਨੇ ਇਹ ਐਲਾਨ ਕੀਤਾ ਹੈ ਕਿ ਉਹ ਆਪਣੇ ਤੌਰ ਦੇ ਉੱਤੇ ਜਿਹੜਾ ਸਾਰੀਆਂ ਸੀਟਾਂ ਦੇ ਉੱਤੇ 80 ਦੀਆਂ 80 ਸੀਟਾਂ ਦੇ ਉੱਤੇ ਆਪਣੇ ਉਮੀਦਵਾਰ ਖੜੇ ਕਰੂਗੀ। ਪਾਰਟੀ ਦੇ ਸੀਨੀਅਰ ਆਗੂਆਂ ਦੇ ਨਾਲ ਵਿਚਾਰ ਵਟਾਂਦਰੇ ਤੋਂ ਬਾਅਦ ਉੱਤਰ ਪ੍ਰਦੇਸ਼ ਮਾਮਲਿਆਂ ਦੇ ਇੰਚਾਰਜ ਗੁਲਾਮ ਨਬੀ ਆਜ਼ਾਦ ਹੋਰਾਂ ਨੇ ਇਹ ਗੱਲ ਕਹੀ। ਉਹਨਾਂ ਦੀ ਪਾਰਟੀ ਕਿਸੇ ਵੀ ਧਰਮ ਨਿਰਪੱਖ ਤਾਕਤ ਨੂੰ ਥਾਂ ਦੇਊਗੀ ਜਿਹੜੀ ਕਿ ਲੋਕ ਸਭਾ ਚੋਣਾਂ ਦੇ ਵਿੱਚ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਦੀ ਸਮਰੱਥਾ ਰੱਖਦੀ ਹੋਵੇ। ਕਾਂਗਰਸ ਆਗੂਆਂ ਦੀ ਮੀਟਿੰਗ ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਦੇ ਦਰਮਿਆਨ ਚੋਣ ਗੱਠਜੋੜ ਹੋਣ ਦੇ ਐਲਾਨ ਤੋਂ ਇੱਕ ਦਿਨ ਬਾਅਦ ਜਿਹੜੀ ਉਹ ਬੁਲਾਈ ਗਈ ਸੀਗੀ। ਗੁਲਾਮ ਨਬੀ ਆਜ਼ਾਦ ਹੋਰਾਂ ਨੇ ਇਹ ਗੱਲ ਕਹੀ ਸੀ ਕਿ ਕਾਂਗਰਸ ਉੱਤਰ ਪ੍ਰਦੇਸ਼ ਦੀਆਂ ਸਾਰੀਆਂ 80 ਲੋਕ ਸਭਾ ਸੀਟਾਂ ਦੇ ਉੱਤੇ ਚੋਣ ਲੜੂਗੀ ਤੇ ਭਾਜਪਾ ਨੂੰ ਹਰਾਊਗੀ। ਉਹਨਾਂ ਨੇ ਉਮੀਦ ਜਤਾਈ ਕਿ ਪਾਰਟੀ 2009 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਜਿੱਤੀਆਂ 21 ਸੀਟਾਂ ਦੀ ਗਿਣਤੀ ਦੁੱਗਣੀ ਕਰੂਗੀ। ਔਰ ਕੀ ਕਾਂਗਰਸ ਕਿਸੇ ਹੋਰ ਦੇ ਨਾਲ ਭਾਈਵਾਲੀ ਜਿਹੜੀ ਉਹ ਪਾ ਸਕਦੀ, ਤਾਂ ਉਹਨਾਂ ਨੇ ਕਿਹਾ ਕਿ ਜੇ ਕੋਈ ਹੋਰ ਕਾਂਗਰਸ ਪਾਰਟੀ ਦੇ ਨਾਲ ਚੱਲਣ ਦੀ ਖਾਹਿਸ਼ਮੰਦ ਹੋਵੇ ਤੇ ਕਾਂਗਰਸ ਇਹ ਮਹਿਸੂਸ ਕਰੇ ਕਿ ਉਹ ਭਾਰਤੀ ਜਨਤਾ ਪਾਰਟੀ ਨੂੰ ਹਰਾਉਣ ਦੀ ਸਥਿਤੀ ਦੇ ਵਿੱਚ ਹੈ ਤੇ ਉਹਦੇ ਨਾਲ ਗੱਠਜੋੜ ਜ਼ਰੂਰ ਜਿਹੜਾ ਉਹ ਕੀਤਾ ਜਾਊਗਾ। ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਨੇ ਇਹ ਗੱਲ ਕਹੀ ਹੈ ਕਿ SP BSP ਦੇ ਵਿਚਾਲੇ ਗੱਠਜੋੜ ਦਾ ਸੂਬੇ ਦੀ ਸਿਆਸਤ ਦੇ ਉੱਤੇ ਕੋਈ ਪ੍ਰਭਾਵ ਨਹੀਂ ਪਊਗਾ। ਉਹਨੇ ਕਿਹਾ ਕਿ ਭਾਜਪਾ ਇਹਨਾਂ ਧਿਰਾਂ ਨੂੰ ਆਸਾਨੀ ਦੇ ਨਾਲ ਜਿਹੜਾ ਜੀ ਉਹ ਹਰਾ ਦੇਊਗੀ, ਪਰ ਰਿਐਲਿਟੀ ਜਿਹੜੀ ਹੈ ਜੀ ਉਹ ਇਹ ਆ ਕਿ ਸਮਾਜਵਾਦੀ ਪਾਰਟੀ ਤੇ ਬਹੁਜਨ ਸਮਾਜ ਪਾਰਟੀ ਦਾ ਗੱਠਜੋੜ ਜਿਹੜਾ ਜੀ ਉਹਨੇ ਨਾ ਸਿਰਫ ਭਾਰਤੀ ਜਨਤਾ ਪਾਰਟੀ ਨੂੰ ਵਕਤ ਪਾਤਾ ਬਲਕਿ ਉਹਨੇ ਕਾਂਗਰਸ ਨੂੰ ਵੀ ਵਕਤ ਜਿਹੜਾ ਜੀ ਉਹ ਪਾ ਦਿੱਤਾ, ਕਿਉਂਕਿ ਕਾਂਗਰਸ ਨੂੰ ਉਹਨੇ ਸਾਈਡ ਲਾਈਨ ਕਰਕੇ ਰੱਖ ਦਿੱਤਾ ਇਸ ਗੱਠਜੋੜ ਦੇ ਵਿੱਚ। ਕੀ ਇਹਦਾ ਅਸਰ ਜਿਹੜਾ ਨੈਸ਼ਨਲ ਪੱਧਰ ਦੇ ਉੱਤੇ ਬਣਨ ਵਾਲੇ ਕਿਸੇ ਮਹਾ ਗੱਠਜੋੜ ਦੇ ਉੱਤੇ ਪਊਗਾ, ਇਹ ਆਉਂਦੇ ਦਿਨ ਦੱਸਣਗੇ ਜੀ। ਤੇ ਸੁਪਰੀਮ ਕੋਰਟ ਦੇ ਜਸਟਿਸ ਸੀਕਰੀ ਨੇ ਟ੍ਰਿਬਿਊਨਲ ਦੀ ਪੇਸ਼ਕਸ਼ ਰੱਦ ਕੀਤੀ। ਜਸਟਿਸ ਸੀਕਰੀ ਉਸ ਕਮੇਟੀ ਦੇ ਵਿੱਚ ਸ਼ਾਮਲ ਸੀਗੇ ਜਿਹੜੀ ਉੱਚ ਤਾਕਤੀ ਕਮੇਟੀ ਆ, ਕਿਉਂਕਿ ਸੁਪਰੀਮ ਕੋਰਟ ਦੇ ਜਸਟਿਸ ਰੰਜਨ ਗੋਗੋਈ ਹੋਰਾਂ ਨੇ ਉਹਨਾਂ ਦਾ ਨਾਮ ਸੁਜੈਸਟ ਕਰ ਦਿੱਤਾ ਸੀਗਾ ਜਦੋਂ CBI ਦੇ ਹੁਣ ਸਾਬਕਾ ਹੋ ਚੁੱਕੇ ਡਾਇਰੈਕਟਰ ਅਲੋਕ ਵਰਮਾ
ਹੁਰੀ ਅਹੁਦੇ ਦੇ ਉੱਤੇ ਰਹਿਣ ਜਾਂ ਨਾ ਰਹਿਣ, ਉਹਦੇ ਵਿੱਚ ਉਹ ਕਮੇਟੀ 'ਚ ਸ਼ਾਮਲ ਸੀਗੇ। ਜਸਟਿਸ ਸੀਕਰੀ ਹੋਰਾਂ ਨੇ ਪ੍ਰਧਾਨ ਮੰਤਰੀ ਤੇ ਜਸਟਿਸ ਸੀਕਰੀ ਇੱਕ ਪਾਸੇ ਜਿਹੜਾ ਦੀ ਹੋ ਗਏ ਅਲੋਕ ਵਰਮਾ ਨੂੰ ਹਟਾਉਣ ਦੇ ਵਾਸਤੇ, ਤੇ ਤਿੰਨ ਜਿਹੜੇ ਇਹਦੇ ਵਿੱਚ ਮੈਂਬਰ ਹੁੰਦੇ ਆ, ਪ੍ਰਧਾਨ ਮੰਤਰੀ ਇਹਦੇ ਮੈਂਬਰ ਹੁੰਦੇ ਨੇ, ਜਿਹੜੇ ਚੀਫ ਜਸਟਿਸ ਮੈਂਬਰ ਹੁੰਦੇ ਨੇ, ਤੇ ਵਿਰੋਧੀ ਧਿਰ ਦਾ ਨੇਤਾ ਜਿਹੜਾ ਉਹ ਮੈਂਬਰ ਹੁੰਦਾ। ਮਲਕਰਜਨ ਖੜਗੇ ਜਿਹੜੇ ਸੀਗੇ ਦੀ ਉਹ ਇੱਕ ਮੈਂਬਰ ਰਹਿ ਗਏ। 2-1 ਦੇ ਨਾਲ ਇਹ ਫੈਸਲਾ ਹੋ ਗਿਆ। ਅਲੋਕ ਵਰਮਾ ਨੂੰ ਹਟਾ ਦਿੱਤੇ ਜਾਣ ਤੋਂ ਬਾਅਦ ਜਿਹੜਾ ਜੀ ਚਰਚਾ ਦਾ ਵਿਸ਼ਾ ਬਣੇ ਜਿਹੜੇ ਸੁਪਰੀਮ ਕੋਰਟ ਦੇ ਜਸਟਿਸ ਨੇ ਜੀ AK ਸੀਕਰੀ, ਉਹਨਾਂ ਨੂੰ ਇੱਕ ਜਿਹੜੀ ਸੀ ਪੇਸ਼ਕਸ਼ ਕੀਤੀ ਗਈ ਸਰਕਾਰ ਦੇ ਵੱਲੋਂ, ਕੇਂਦਰ ਦੀ ਸਰਕਾਰ ਦੇ ਵੱਲੋਂ, ਕਿ ਉਹ ਲੰਡਨ ਇੰਗਲੈਂਡ ਦੇ ਵਿੱਚ ਸਥਿਤ ਰਾਸ਼ਟਰਮੰਡਲ ਸੈਕਟਰੀਏਟ ਆਰਬਿਟਰਲ ਟ੍ਰਿਬਿਊਨਲ TSET ਜਿਹੜੀ ਆ ਉਹਦਾ ਪ੍ਰਧਾਨ ਤੇ ਮੈਂਬਰ ਜਿਹੜਾ ਜੀ ਉਹ ਨਾਮਜ਼ਦ ਹੋ ਜਾਣ। ਜਸਟਿਸ ਸੀਕਰੀ ਜਿਹੜੇ ਕਿ 6 ਮਾਰਚ ਨੂੰ ਰਿਟਾਇਰ ਹੋਣਗੇ, ਉਹਨਾਂ ਨੇ ਆਪਣੀ ਨਾਮਜ਼ਦਗੀ ਪਿਛਲੇ ਮਹੀਨੇ ਕਾਨੂੰਨ ਮੰਤਰਾਲੇ ਦਾ ਅੰਦਰੂਨੀ ਅਮਲ ਪੂਰਾ ਹੋਣ ਤੋਂ ਪਿੱਛੋਂ ਸਹਿਮਤੀ ਦੇ ਨਾਲ ਭੇਜੀ ਗਈ ਸੀ। ਜਸਟਿਸ ਸੀਕਰੀ ਭਾਰਤ ਦੇ ਚੀਫ ਜਸਟਿਸ ਦੇ ਮਗਰੋਂ ਸੁਪਰੀਮ ਕੋਰਟ ਦੇ ਦੂਜੇ ਸਭ ਤੋਂ ਸੀਨੀਅਰ ਜੱਜ ਨੇ। ਸਰਕਾਰ ਨੇ ਇਹਦੇ ਵਾਸਤੇ ਪਿਛਲੇ ਮਹੀਨੇ ਉਹਨਾਂ ਤੱਕ ਪਹੁੰਚ ਕੀਤੀ ਸੀਗੀ। ਉਹਨਾਂ ਇਸ ਪੇਸ਼ਕਸ਼ ਲਈ ਸਹਿਮਤੀ ਵੀ ਦਿੱਤੀ। ਰਾਸ਼ਟਰਮੰਡਲ ਟ੍ਰਿਬਿਊਨਲ ਦੇ ਵਿੱਚ ਹਰ ਸਾਲ 2 ਜਾਂ 3 ਸੁਣਵਾਈਆਂ ਕਰਨੀਆਂ ਪੈਂਦੀਆਂ ਨੇ, ਔਰ ਜਿਹੜੀ ਇਹ ਬੜੀ ਅਹਿਮ ਜਿਹੜੀ ਜੀ ਉਹ ਕਹੀ ਜਾਂਦੀ ਹੈ। ਹੁਣ ਇਹ ਕਿਹਾ ਜਾ ਰਿਹਾ ਹੈ ਕਿ ਅਲੋਕ ਵਰਮਾ ਨੂੰ ਹਟਾਉਣ ਦੇ ਵਿੱਚ ਜਸਟਿਸ ਸੀਕਰੀ ਦੀ ਵੋਟ ਬਹੁਤ ਅਹਿਮ ਸੀ, ਕਿਉਂਕਿ ਖੜਗੇ ਨੇ ਸਰਕਾਰ ਦੇ ਵੱਲੋਂ ਵਰਮਾ ਨੂੰ ਹਟਾਏ ਜਾਣ ਦੀ ਪੇਸ਼ਕਸ਼ ਦਾ ਵਿਰੋਧ ਕਰਨਾ ਸੀ ਕੀਤਾ, ਔਰ ਵਿਦੇਸ਼ ਮੰਤਰਾਲੇ ਨੇ TSET ਨੂੰ ਭਾਰਤ ਦੀ ਨਾਮਜ਼ਦਗੀ ਬਾਰੇ ਸੂਚਿਤ ਜਿਹੜਾ ਜੀ ਉਹ ਕੀਤਾ ਸੀਗਾ। ਇਹ ਕਿਹਾ ਜਾ ਰਿਹਾ ਹੈ ਕਿ ਇਹਨੂੰ ਇਸ ਤਰੀਕੇ ਦੇ ਨਾਲ ਲਿਆ ਜਾ ਰਿਹਾ ਸੀਗਾ ਕਿ ਜਸਟਿਸ ਸੀਕਰੀ ਹੋਰਾਂ ਨੇ, ਕਿਉਂਕਿ ਪ੍ਰਧਾਨ ਮੰਤਰੀ ਔਰ ਭਾਰਤੀ ਜਨਤਾ ਪਾਰਟੀ ਦੀ ਹਾਂ ਦੇ ਵਿੱਚ ਹਾਂ ਮਿਲਾਈ ਹੈ, ਜਿਹਦੇ ਕਰਕੇ ਇਹ ਪੇਸ਼ਕਸ਼ ਉਹਨਾਂ ਨੂੰ ਕੀਤੀ ਗਈ ਆ। ਹੁਣ ਜਸਟਿਸ AK ਸੀਕਰੀ ਨੇ ਇਹ ਜਿਹੜੀ ਪੇਸ਼ਕਸ਼ ਹੈ ਇਸ ਕਰਕੇ ਛੱਡੀ ਹੈ ਕਿ ਇਹਦੇ ਉੱਤੇ ਵਾਦ ਵਿਵਾਦ ਜਿਹੜਾ ਵੀ ਉਹ ਖੜਾ ਹੋਣਾ ਸ਼ੁਰੂ ਹੋ ਗਿਆ ਸੀ ਜੀ। ਤੇ ਅਗਲੀ ਗੱਲ ਕਰੀਏ, ਭਾਰਤੀ ਜਨਤਾ ਪਾਰਟੀ ਨੇ ਫੂਲਕੇ ਦਾ ਕੀਤਾ ਸਨਮਾਨ। ਫੂਲਕਾ ਹੋਰੀ ਪਿਛਲੇ ਦਿਨੀ ਉਹਨਾਂ ਨੇ ਆਮ ਆਦਮੀ ਪਾਰਟੀ ਤੋਂ ਅਸਤੀਫਾ ਜਿਹੜਾ ਦੇ ਦਿੱਤਾ, ਔਰ ਕਈ ਤਰ੍ਹਾਂ ਦੀਆਂ ਅਟਕਲਾਂ ਜਿਹੜੀਆਂ ਦੀ ਉਹ ਚੱਲ ਰਹੀਆਂ ਨੇ ਉਦੋਂ ਦੀਆਂ ਹੀ। ਉਹਨਾਂ ਨੇ ਹਾਲਾਂਕਿ ਇਹ ਕਿਹਾ ਕਿ ਉਹ ਕਿਸੇ ਸਿਆਸੀ ਪਾਰਟੀ ਦੇ ਵਿੱਚ ਨਹੀਂ ਜਾ ਰਹੇ, ਔਰ ਉਹਨਾਂ ਨੇ ਇਹ ਵੀ ਕਿਹਾ ਕਿ ਉਹ ਮਹਿਜ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਆਜ਼ਾਦ ਕਰਾਉਣਾ ਚਾਹੁੰਦੇ ਨੇ ਬਾਦਲਾਂ ਦੇ ਚੁੰਗਲ ਤੋਂ। ਹੁਣ ਸਵਾਲ ਇਹ ਆ ਕਿ ਬਾਦਲਾਂ ਦੇ ਨਾਲ ਗੱਠਜੋੜ ਭਾਰਤੀ ਜਨਤਾ ਪਾਰਟੀ ਦਾ, ਤੇ ਉਹ ਭਾਰਤੀ ਜਨਤਾ ਪਾਰਟੀ ਦੂਜੇ ਪਾਸੇ ਸਨਮਾਨ ਜਿਹੜਾ ਦੀ ਉਹ HS ਫੂਲਕਾ ਹੋਰਾਂ ਨੂੰ ਕਰ ਰਹੀ ਆ। 1984 ਦੇ ਕਤਲੇਆਮ ਦੇ ਦੋਸ਼ੀਆਂ ਨੂੰ ਸਜ਼ਾਵਾਂ ਦਿਵਾਉਣ ਦੇ ਵਾਸਤੇ ਕਾਨੂੰਨੀ ਲੜਾਈ ਲੜਨ ਦੇ ਬਦਲੇ ਕੇਂਦਰੀ ਮੰਤਰੀ ਵਿਜੇ ਗੋਇਲ ਦੇ ਵੱਲੋਂ ਕਰਵਾਏ ਗਏ ਇੱਕ ਸਮਾਗਮ ਦੇ ਵਿੱਚ HS ਫੂਲਕਾ ਹੋਰਾਂ ਨੂੰ ਸਨਮਾਨਿਤ ਕੀਤਾ ਗਿਆ, ਜਿਹਨੇ ਇੱਕ ਵਾਰੀ ਫੇਰ ਇਹ ਕਈ ਚਰਚਾਵਾਂ ਜਿਹੜੀਆਂ ਸੀ ਉਹ ਛੇੜ ਦਿੱਤੀਆਂ। ਜਿਹੜੇ ਵਿਜੇ ਗੋਇਲ ਨੇ ਉਹਨਾਂ ਨੇ ਫੂਲਕਾ ਸਾਹਿਬ ਦੀ ਪ੍ਰਸ਼ੰਸਾ ਕੀਤੀ ਤੇ ਇਹ ਕਿਹਾ ਕਿ ਭਾਰਤੀ ਜਨਤਾ ਪਾਰਟੀ ਦੇ ਦਰਵਾਜ਼ੇ ਸਾਰੇ ਚੰਗੇ ਬੰਦਿਆਂ ਦੇ ਵਾਸਤੇ ਖੁੱਲੇ ਨੇ, ਔਰ ਉਹਨਾਂ ਨੇ ਕਿਹਾ ਕਿ ਫੂਲਕਾ ਇਹ ਤਾਂ ਮੰਨਦੇ ਨੇ ਕਿ ਉਹ ਭਾਜਪਾ ਦੇ ਕਈ ਆਗੂਆਂ ਦੇ ਕਰੀਬ ਨੇ, ਪਰ ਉਹ ਕਿਸੇ ਸਿਆਸੀ ਪਾਰਟੀ ਦੇ ਵਿੱਚ ਸ਼ਾਮਲ ਹੋਣ ਤੋਂ ਨਾ ਜਿਹੜਾ ਦੀ ਉਹ ਕਰ ਰਹੇ ਨੇ। ਉਹਨਾਂ ਨੇ ਇਹ ਗੱਲ ਕਹੀ ਇੱਕ ਵਾਰੀ ਫੇਰ ਕਿ ਭਾਜਪਾ ਨੇ ਸਿੱਖ ਵਿਰੋਧੀ ਦੰਗਿਆਂ ਦੇ ਪੀੜਤਾਂ ਲਈ ਸਾਡੀ ਲੜਾਈ ਦੇ ਵਿੱਚ ਸਾਡਾ ਹਮੇਸ਼ਾ ਸਾਥ ਦਿੱਤਾ। ਫੂਲਕਾ ਸਾਹਿਬ ਨੇ ਇਹ ਵੀ ਕਿਹਾ ਕਿ ਮੈਂ ਕਾਨੂੰਨ ਮੰਤਰੀ ਰਵੀ ਸ਼ੰਕਰ ਪ੍ਰਸਾਦ ਤੇ ਗ੍ਰਹਿ ਮੰਤਰੀ ਰਾਜਨਾਥ ਸਿੰਘ ਨੂੰ ਮਿਲਦਾ ਰਿਹਾ ਤੇ ਇਹਦੇ ਬਾਰੇ ਮੇਰੇ ਸਟੈਂਡ ਦੀ ਉਹ ਹਮਾਇਤ ਵੀ ਕਰਦੇ ਰਹੇ ਨੇ। ਉਹਨਾਂ ਨੇ ਇਹ ਗੱਲ ਕਹੀ ਕਿ ਉਹ ਭਾਰਤੀ ਜਨਤਾ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਹੋ ਰਹੇ। ਉਹਨਾਂ ਨੇ ਕਿਹਾ ਕਿ ਮੈਂ ਕਿਸੇ ਸਿਆਸੀ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਹੋ ਰਿਹਾ। ਉਹਨਾਂ ਨੇ ਇਹ ਨਹੀਂ ਕਿਹਾ ਕਿ ਮੈਂ ਹੁਣ ਕਿਸੇ ਵੀ ਸਿਆਸੀ ਪਾਰਟੀ ਦੇ ਵਿੱਚ ਸ਼ਾਮਲ ਨਹੀਂ ਹੋਊਗਾ ਜਾਂ ਮੈਂ ਅੱਗੋਂ ਰਾਜਨੀਤੀ ਨਹੀਂ ਕਰਨੀ, ਇਸ ਤਰ੍ਹਾਂ ਨਹੀਂ ਹੈ। ਹਾਲ ਦੀ ਘੜੀ ਜਿਹੜਾ ਦੀ ਉਹ ਚੱਲ ਰਹੇ ਨੇ ਇਸ ਗੱਲ ਤੋਂ, ਪਰ ਇਹ ਵੀ ਕਿਆਸ ਅਰਾਈਆਂ ਜਿਹੜੀਆਂ ਦੀ ਉਹ ਚੱਲ ਰਹੀਆਂ ਨੇ ਕਿ ਫੂਲਕਾ ਸਾਹਿਬ ਦਾ ਅਚਾਨਕ ਜਿਹੜਾ ਦੀ ਉਹ ਅਸਤੀਫਾ ਦੇ ਦੇਣਾ ਆਮ ਆਦਮੀ ਪਾਰਟੀ ਤੋਂ, ਇਹ ਕਿਤੇ ਨਾ ਕਿਤੇ ਇਹਨਾਂ ਗੱਲਾਂ ਨੂੰ ਜਿਹੜਾ ਦੀ ਉਹ ਜਨਮ ਦੇ ਰਿਹਾ ਕਿ ਉਹ ਕਿਸੇ ਹੋਰ ਸਿਆਸੀ ਪਾਰਟੀ ਦੇ ਨਾਲ ਕੋਈ ਗੱਡ ਧੁੱਪ ਆਉਂਦੇ ਸਮੇਂ ਦੇ ਦੌਰਾਨ ਜਿਹੜਾ ਦੀ ਉਹ ਕਰ ਸਕਦੇ ਨੇ। ਇਹ ਦੇਖਿਆ ਜਾਵੇ ਤਾਂ ਜਿਹੜੇ ਪੰਜਾਬ ਦੇ ਵਿੱਚ
ਜਿਵੇਂ ਅਕਾਲੀ ਦਲ ਬਾਦਲ ਜਿਹੜਾ ਜੀ ਉਹ ਹਾਸ਼ੀਏ ਦੇ ਉੱਤੇ ਗਿਆ। ਇਹ ਕਿਹਾ ਜਾ ਰਿਹਾ 19 ਦੀਆਂ ਚੋਣਾਂ ਤਾਂ ਨਹੀਂ, 2022 ਦੇ ਵਿੱਚ ਭਾਰਤੀ ਜਨਤਾ ਪਾਰਟੀ ਜਿਹੜੀ ਆ ਜੀ ਉਹ ਆਪਣੇ ਤੌਰ ਦੇ ਉੱਤੇ ਪੰਜਾਬ ਦੇ ਵਿੱਚ ਖੁਦ ਨੂੰ ਸਥਾਪਿਤ ਕਰਨਾ ਚਾਹੁੰਦੀ ਆ, ਜਿਹਦੇ ਕਰਕੇ ਹੋ ਸਕਦਾ ਸੰਭਾਵੀ ਰੂਪ ਦੇ ਵਿੱਚ ਫੂਲਕਾ ਸਾਹਿਬ ਜਿਹੜੇ ਜੀ ਉਹ ਇਸ ਪਾਸੇ ਵੱਲ ਨੂੰ ਤੁਰਨ। ਵੈਸੇ ਇਹ ਬਹੁਤੀਆਂ ਅਜੇ ਜਿਹੜੀਆਂ ਜੀ ਉਹ ਕਿਆਸ ਰਾਈਆਂ ਨੇ, ਪਰ ਜਦੋਂ ਜਿਹੜੀ ਕੋਈ ਪਾਰਟੀ ਕਿਸੇ ਵਿਅਕਤੀ ਨੂੰ ਸਨਮਾਨਿਤ ਕਰਦੀ ਆ ਫਿਰ ਕੋਈ ਨਾ ਕੋਈ ਗੱਲ ਤਾਂ ਜਿਹੜੀ ਜੀ ਉਹਦੇ ਪਿੱਛੇ ਹੁੰਦੀ ਹੋਈ ਆ। ਬੇਸ਼ੱਕ ਅੱਜ ਇਨਕਾਰ ਕਰੀ ਜਾਣ ਫੂਲਕਾ ਸਾਹਿਬ ਕਿ ਉਹਨਾਂ ਨੇ ਕਿਸੇ ਸਿਆਸੀ ਪਾਰਟੀ 'ਚ ਨਹੀਂ ਜਾਣਾ, ਪਰ ਸਿਆਸਤ ਦੀ ਚੇਟਕ ਏਦਾਂ ਦੀ ਹੁੰਦੀ ਆ ਕਿ ਜਿਹਨੂੰ ਇੱਕ ਵਾਰੀ ਲੱਗ ਜਾਂਦੀ ਆ ਫਿਰ ਉਹ ਮੁੜ ਕੇ ਇਹਦੇ ਤੋਂ ਬਿਨਾਂ ਰਹਿ ਨਹੀਂ ਸਕਦਾ। ਜੀ ਬਿਲਕੁਲ। ਤੇ ਅਗਲੀ ਗੱਲ ਕਰੀਏ ਜੀ, ਰੁਕ ਨਹੀਂ ਰਹੀਆਂ ਕਿਸਾਨ ਖੁਦਕੁਸ਼ੀਆਂ। ਖੇਤਾਂ ਦੇ ਵਿੱਚ ਜਿਹੜਾ ਜੀ ਸਖਤ ਮਿਹਨਤ ਕਰਨ ਦੇ ਬਾਵਜੂਦ ਕਿਸਾਨਾਂ ਦੇ ਪੱਲੇ ਤੰਗੀਆਂ ਤੁਰਸ਼ੀਆਂ ਹੀ ਜਿਹੜੀਆਂ ਉਹ ਪੈ ਰਹੀਆਂ ਨੇ। ਲਗਾਤਾਰ ਇਹ ਖੁਦਕੁਸ਼ੀਆਂ ਜਿਹੜੀਆਂ ਉਹ ਜਾਰੀ ਨੇ। ਇਹਦੇ ਉੱਤੇ ਕਈ ਜਿਹੜੀਆਂ ਦੀ ਉਹ ਰਿਪੋਰਟਾਂ ਆਈਆਂ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ, ਪੰਜਾਬੀ ਯੂਨੀਵਰਸਿਟੀ ਪਟਿਆਲਾ ਤੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਵੱਲੋਂ 2000 ਤੋਂ ਲੈ ਕੇ 2015 ਤੱਕ ਜਿਹੜੇ ਸਰਵੇਖਣ ਸੀ ਉਹ ਕਰਵਾਏ ਗਏ, ਜਿਹਦੇ ਵਿੱਚ 16,606 ਕਿਸਾਨ ਤੇ ਕਿਸਾਨ ਮਜ਼ਦੂਰ ਜਿਹੜੇ ਉਹ ਖੁਦਕੁਸ਼ੀ ਕਰ ਗਏ। ਰੋਜ਼ 3 ਕਿਸਾਨਾਂ ਜਾਂ ਕਿਸਾਨ ਮਜ਼ਦੂਰਾਂ ਦੇ ਵੱਲੋਂ ਜਿਹੜੀ ਕੀਤੀ ਜਾ ਰਹੀ ਖੁਦਕੁਸ਼ੀ ਦੀ ਪੀੜ ਜਿਹੜੀ ਆ ਉਹ ਜਿਹੜੀ ਅਫਸਰਸ਼ਾਹੀ ਆ ਤੇ ਸਿਆਸਤ ਜਿਹੜੀ ਆ ਉਹਨੂੰ ਕੋਈ ਬਹੁਤਾ ਅਜੇ ਵੀ ਤੁੰਬ ਨਹੀਂ ਜਿਹੜਾ ਵੀ ਉਹ ਸਕੀ। 17 ਤੋਂ ਬਾਅਦ ਖੁਦਕੁਸ਼ੀਆਂ ਦਾ ਰੁਝਾਨ ਹੋਰ ਵਧਿਆ। ਪੁਰਾਣੇ ਤੱਥ ਜਿਹੜੇ ਨੇ ਉਹਨਾਂ ਨੂੰ ਉਦਾਹਰ ਮੰਨਿਆ ਜਾਵੇ ਤਾਂ 2000 ਤੋਂ ਵੱਧ ਹੋਰ ਖੁਦਕੁਸ਼ੀਆਂ ਹੋ ਚੁੱਕੀਆਂ ਨੇ। ਕੈਪਟਨ ਅਮਰਿੰਦਰ ਸਿੰਘ ਉਹਨਾਂ ਨੇ ਸਰਕਾਰ ਬਣਾਉਣ ਤੋਂ ਪਹਿਲਾਂ ਕਿਸਾਨਾਂ ਤੇ ਮਜ਼ਦੂਰਾਂ ਨੂੰ ਧਰਵਾਸਾ ਦਿੱਤਾ ਸੀ। 19 ਜੂਨ 17 ਨੂੰ ਵਿਧਾਨ ਸਭਾ ਦੇ ਵਿੱਚ ਖੁਦਕੁਸ਼ੀ ਪੀੜਤ ਪਰਿਵਾਰਾਂ ਦਾ ਸਮੁੱਚਾ ਕਰਜ਼ਾ ਮੁਆਫ ਕਰਨ ਦਾ ਭਰੋਸਾ ਦਿਵਾਇਆ ਸੀ, ਜਿਹਦੇ ਉੱਤੇ ਅਜੇ ਤੱਕ ਅਮਲ ਨਹੀਂ ਹੋਇਆ। ਵਿਧਾਨ ਸਭਾ ਕਮੇਟੀ ਨੇ ਜੋ ਰਿਪੋਰਟ ਦਿੱਤੀ ਔਰ ਉਹਦੇ ਉੱਤੇ ਸਦਨ ਦੇ ਵਿੱਚ ਚਰਚਾ ਤੱਕ ਨਹੀਂ ਕੀਤੀ ਗਈ। ਮਹਾਰਾਸ਼ਟਰ ਦੇ ਖੇਤਰ ਵਿਦਰਭਾ ਦੇ ਵਿੱਚ ਹੋਈਆਂ ਕਿਸਾਨ ਮਜ਼ਦੂਰਾਂ ਦੀਆਂ ਖੁਦਕੁਸ਼ੀਆਂ ਤੇ ਵਿਡੋਜ਼ ਆਫ ਵਿਦਰਭਾ ਮੇਕਿੰਗ ਆਫ ਸ਼ੈਡੋਜ਼ ਨਾਮ ਦੀ ਜਿਹੜੀ ਕਿਤਾਬ ਲਿਖਣ ਵਾਲੀ ਕੋਟਾ ਨੀਲਮਾ ਨੇ ਪਿਛਲੇ ਦਿਨੀ ਚੰਡੀਗੜ੍ਹ ਦੇ ਵਿੱਚ ਇਸ ਮੁੱਦੇ ਦੇ ਉੱਤੇ ਇੱਕ ਪਾਰਟੀਸਪੇਟ ਕੀਤਾ। ਉਹਦੇ ਵਿੱਚ ਇਹ ਕਿਹਾ ਕਿ ਅਸਲ ਦੇ ਵਿੱਚ ਕਿਸਾਨ ਮਜ਼ਦੂਰ ਤੇ ਗਰੀਬ ਬਾਰੇ ਨੀਤੀ ਬਣਾਉਣ ਸਮੇਂ ਬਦ ਨੀਤੀ ਹੁੰਦੀ ਹੈ। ਇਹ ਮੰਨ ਕੇ ਚੱਲਿਆ ਜਾਂਦਾ ਹੈ ਕਿ ਉਹ ਧੋਖੇਬਾਜ਼ ਤੇ ਫਰੇਬੀ ਆ। ਫੈਸਲਾ ਲੈਣ ਜਾਂ ਨੀਤੀ ਬਣਾਉਣ ਵਾਲਿਆਂ ਨੇ ਹੁਣ ਤੱਕ ਜੋ ਵੀ ਕੀਤਾ ਉਹ ਸਾਰਿਆਂ ਦੇ ਸਾਹਮਣੇ ਆ। ਲਗਾਤਾਰ ਜਿਹੜੀਆਂ ਦੀ ਉਹ ਖੁਦਕੁਸ਼ੀਆਂ ਜਾਰੀ ਨੇ। ਮਾਲਵਾ ਖੇਤਰ ਦੇ ਵਿੱਚ ਆਰਥਿਕ ਤੰਗੀਆਂ ਤੁਰਸ਼ੀਆਂ ਕਰਕੇ ਖੁਦਕੁਸ਼ੀਆਂ ਕਰਨ ਵਾਲੇ ਕਿਸਾਨ ਤੇ ਕਿਸਾਨ ਮਜ਼ਦੂਰ ਜਿਹੜੇ ਨੇ ਉਹਨਾਂ ਦੇ ਪਰਿਵਾਰਾਂ ਦੇ ਨਾਲ ਜੁੜੀਆਂ ਔਰਤਾਂ ਦਾ ਦਰਦ ਜਿਹੜਾ ਵੀ ਉਹ ਸੁਣਿਆ ਨਹੀਂ ਜਾ ਸਕਦਾ। ਸਿਰਾਂ ਦੇ ਸਾਈਂ ਪੁੱਤ ਜਹਾਨੋਂ ਤੁਰਨ ਤੋਂ ਬਾਅਦ ਹਕੂਮਤਾਂ ਨੇ ਉਹਨਾਂ ਨੂੰ ਵਸਾਰ ਦਿੱਤਾ। ਪਹਾੜ ਜਿੱਡੀ ਜ਼ਿੰਦਗੀ ਜਿਉਣ ਦੇ ਵਾਸਤੇ ਇਹਨਾਂ ਨੂੰ ਮਜਬੂਰ ਹੋਣਾ ਪੈ ਰਿਹਾ। ਪਿਛਲੇ ਦਿਨੀ ਇਹਨਾਂ ਜਿਹੜੀਆਂ ਵਿਧਵਾਵਾਂ ਜਾਂ ਜਿਨ੍ਹਾਂ ਦੇ ਪੁੱਤ ਜਿਹੜੇ ਦੀ ਤੁਰ ਗਏ ਉਹਨਾਂ ਦੀ ਮਾਵਾਂ ਦਾ ਇੱਕ ਇਕੱਠ ਮਾਨਸਾ ਦੇ ਵਿੱਚ ਹੋਇਆ ਸੀ। ਜੋ ਦਰਦ ਉਹਨਾਂ ਨੇ ਉੱਥੇ ਸੁਣਾਏ ਉਹ ਦਰਦ ਵੀ ਇਹਨਾਂ ਰਾਜਨੀਤਿਕ ਲੋਕਾਂ ਤੱਕ ਤੇ ਅਫਸਰਾਂ ਦੇ ਕੰਨਾਂ ਤੱਕ ਪਹੁੰਚੇ ਤਾਂ ਜ਼ਰੂਰ, ਪਰ ਉਹਦੇ ਉੱਤੇ ਕੋਈ ਵੀ ਅਸਰ ਜਿਹੜਾ ਜੀ ਉਹ ਨਹੀਂ ਹੋਇਆ। ਕਿਸਾਨ ਜਿਨ੍ਹਾਂ ਦੀਆਂ ਜ਼ਮੀਨਾਂ ਦੇ ਵਿੱਚ ਅੱਜ ਖੁਦਕੁਸ਼ੀਆਂ ਉੱਗਦੀਆਂ ਨੇ, ਕਿ ਇਹਦਾ ਕੋਈ ਹੱਲ ਆਉਣ ਵਾਲੇ ਸਮੇਂ ਦੇ ਦੌਰਾਨ ਕੋਈ ਸਿਆਸੀ ਧਿਰ ਜਾਂ ਅਫਸਰ ਕੱਢ ਸਕਣਗੇ? ਇਹ ਆਪਣੇ ਆਪ ਦੇ ਵਿੱਚ ਇੱਕ ਵੱਡਾ ਸਵਾਲ ਹੈ ਜੀ। ਤੇ ਅਗਲੀ ਗੱਲ ਕਰੀਏ ਜੀ, ਉਧਵ ਠਾਕਰੇ ਫੇਰ ਭਾਜਪਾ ਤੇ ਵਰਿਆ। ਸ਼ਿਵ ਸੈਨਾ ਦੇ ਮੁਖੀ ਉਧਵ ਠਾਕਰੇ ਨੇ ਇੱਕ ਵਾਰੀ ਫੇਰ ਕਿਹਾ ਜੀ ਕਿ ਉਹਦੀ ਪਾਰਟੀ ਨੂੰ ਹਰਾਉਣ ਵਾਲਾ ਅਜੇ ਤੱਕ ਕੋਈ ਜੰਮਿਆ ਨਹੀਂ। ਭਾਰਤੀ ਜਨਤਾ ਪਾਰਟੀ ਦੇ ਪ੍ਰਧਾਨ ਅਮਿਤ ਸ਼ਾਹ ਦੇ ਉਸ ਬਿਆਨ ਤੋਂ ਬਾਅਦ ਉਹਨੇ ਇਹ ਟਿੱਪਣੀ ਕੀਤੀ ਆ, ਜਿਹਦੇ 'ਚ ਉਹਨੇ ਕਿਹਾ ਸੀਗਾ ਕਿ ਆਉਂਦੀਆਂ ਚੋਣਾਂ ਤੋਂ ਪਹਿਲਾਂ ਜੇ ਗੱਠਜੋੜ ਹੋਣ ਦੇ ਵਿੱਚ ਨਹੀਂ ਆਉਂਦਾ ਤਾਂ ਭਾਜਪਾ ਪੁਰਾਣੇ ਭਾਈਵਾਲਾਂ ਨੂੰ ਹਰਾਉਣ ਦੇ ਸਮਰੱਥ ਹੈ। ਉਧਵ ਠਾਕਰੇ ਨੇ ਭਗਵਾਨ ਹਨੂਮਾਨ ਦੀ ਜਾਤ ਦੇ ਸੰਬੰਧੀ ਬਿਆਨਬਾਜ਼ੀ ਕਰਨ ਵਾਲਿਆਂ ਬਾਰੇ ਤਿੱਖੀ ਟਿੱਪਣੀ ਕਰਦਿਆਂ ਕਿਹਾ ਕਿ ਜੇ ਅਜਿਹਾ ਬਿਆਨ ਕਿਸੇ ਹੋਰ ਧਰਮ ਦੇ ਨਾਲ ਸੰਬੰਧਿਤ ਬੰਦੇ ਨੇ ਦਿੱਤਾ ਹੁੰਦਾ ਤੇ ਲੋਕ ਹੁਣ ਤੱਕ ਉਹਦੇ ਦੰਦ ਭੰਨ ਦਿੰਦੇ। ਅਮਿਤ ਸ਼ਾਹ ਨੇ ਕਿਹਾ ਸੀਗਾ ਕਿ ਜੇ ਗੱਠਜੋੜ ਕਾਇਮ ਰਹਿੰਦਾ ਤਾਂ ਉਹ ਭਾਈਵਾਲਾਂ ਦੀ ਜਿੱਤ ਲਈ ਕੰਮ ਕਰਨਗੇ, ਪਰ ਜੇ ਨਹੀਂ ਬਣਦਾ ਤਾਂ ਉਹ ਉਲਟ ਵੀ ਚੱਲ ਸਕਦੇ ਆ। ਉਧਵ ਠਾਕਰੇ ਜਿਨ੍ਹਾਂ ਦੀ ਪਾਰਟੀ ਭਾਰਤੀ ਜਨਤਾ ਪਾਰਟੀ ਦੀ ਮਹਾਰਾਸ਼ਟਰ ਤੇ ਕੇਂਦਰ ਦੇ ਵਿੱਚ ਭਾਈਵਾਲ ਆਇਆ ਨੇ, ਉਹਨੇ ਕਿਹਾ ਕਿ ਉਹਨਾਂ ਕਿਸੇ ਦੇ ਮੂੰਹੋਂ ਪਟਕ ਦੇਂਗੇ ਵਰਗੇ ਜਿਹੜੇ ਸਖਤ ਸ਼ਬਦ ਸੁਣੇ ਆ
ਅਜਿਹਾ ਕਰਨ ਵਾਲਾ ਅਜੇ ਜੰਮਿਆ ਨਹੀਂ। ਵਰਲੀ ਦੇ ਵਿੱਚ ਇੱਕ ਜਿਹੜੀ ਰੈਲੀ ਸੀ ਉਹਨੂੰ ਸੰਬੋਧਨ ਕਰਦਿਆਂ ਹੋਇਆ ਉਧਵ ਠਾਕਰੇ ਨੇ ਜਿਹੜੀ ਦੀ ਇਹ ਗੱਲ ਆਖੀ। ਉਹਨੇ ਕਿਹਾ ਕਿ ਅਮਿਤ ਸ਼ਾਹ ਦੇ ਵੱਲੋਂ ਲੋਕ ਸਭਾ ਚੋਣਾਂ ਦੀ ਤੁਲਨਾ ਪਾਣੀਪਤ ਦੀ ਤੀਜੀ ਲੜਾਈ ਦੇ ਨਾਲ ਕਰਨ ਦੇ ਉੱਤੇ ਵਿਅੰਗ ਜਿਹੜਾ ਦੀ ਉਹ ਕੀਤਾ, ਔਰ ਇਹ ਕਿਹਾ ਕਿ ਜਦੋਂ ਪਾਰਟੀ ਲੋਕਾਂ ਦਾ ਭਰੋਸਾ ਗਵਾ ਲੈਂਦੀ ਆ ਤੇ ਉਹਦੀ ਹਾਰ ਤੈਅ ਆ। 14 ਦੀਆਂ ਲੋਕ ਸਭਾ ਚੋਣਾਂ ਤੋਂ ਪਹਿਲਾਂ ਮੋਦੀ ਦੀ ਹਵਾ ਚੱਲਣ ਬਾਰੇ ਉਹਨਾਂ ਨੇ ਕਿਹਾ ਕਿ ਸ਼ਿਵ ਸੈਨਾ ਨੇ ਇਸ ਤਰ੍ਹਾਂ ਦੀਆਂ ਕਈ ਹਵਾਵਾਂ ਵੇਖੀਆਂ ਨੇ ਤੇ ਇਹ ਹਵਾਵਾਂ ਅਕਸਰ ਜਿਹੜਾ ਜੀ ਆਰਾਮ ਦੇ ਨਾਲ ਮੁੜ ਕੇ ਬਹਿ ਜਾਂਦੀਆਂ ਨੇ। ਲੱਗ ਰਿਹਾ ਹੈ ਕਿ ਜਿਹੜਾ ਇੱਥੇ ਮਹਾਰਾਸ਼ਟਰ ਦੇ ਵਿੱਚ ਹੈ ਭਾਰਤੀ ਜਨਤਾ ਪਾਰਟੀ ਤੇ ਸ਼ਿਵ ਸੈਨਾ ਦਾ ਗੱਠਜੋੜ ਸ਼ਾਇਦ ਉਹ ਟੁੱਟਣ ਵੱਲ ਨੂੰ ਬੜੀ ਤੇਜ਼ੀ ਦੇ ਨਾਲ ਵੱਧ ਰਿਹਾ ਜੀ। ਤੇ ਆਖਰੀ ਗੱਲ ਕਰਦੇ ਹਾਂ ਜੀ, ਮੈਦਾਨੀ ਇਲਾਕਿਆਂ ਦੇ ਵਿੱਚ ਠੰਡ ਦੀ ਲਪੇਟ ਦੇ ਵਿੱਚ ਐਕਚੁਅਲੀ ਜਿਹੜੇ ਠੰਡ ਪੰਜਾਬ ਤੇ ਹਰਿਆਣਾ ਦੇ ਵਿੱਚ ਜਿਹੜੀ ਹੈ ਜੀ ਉਹ ਪਿਛਲੇ ਦਿਨਾਂ ਤੋਂ ਜਿਹੜੀ ਜਾਰੀ ਸੀ, ਉਸੇ ਤਰੀਕੇ ਦੇ ਨਾਲ ਉਹਦਾ ਪ੍ਰਕੋਪ ਜਿਹੜਾ ਉਹ ਜਾਰੀ ਹੈ। ਰਾਤ ਦਾ ਤਾਪਮਾਨ ਥੋੜਾ ਜਿਹਾ ਇਹਦੇ ਵਿੱਚ ਜਿਹੜਾ ਜੀ ਉਹ ਫਰਕ ਪਿਆ, ਪਰ ਅਗਲੇ ਕੁਝ ਦਿਨਾਂ ਦੇ ਦੌਰਾਨ ਇਹ ਫਿਰ ਹੇਠਾਂ ਜਿਹੜਾ ਦੀ ਡਿੱਗਣ ਦੀ ਪੇਸ਼ੀਨਗੋਈ ਜਿਹੜੀ ਆ ਉਹ ਮੌਸਮ ਵਿਭਾਗ ਨੇ ਕੀਤੀ ਹੈ। ਇਹ ਖੁਸ਼ਕ ਠੰਡ ਜਿਹੜੀ ਆ ਜੀ ਉਹ ਇਸੇ ਤਰੀਕੇ ਦੇ ਨਾਲ ਜਾਰੀ ਰਹੂਗੀ। ਜਿਹੜੀਆਂ ਸ਼ੀਤ ਹਵਾਵਾਂ ਨੇ ਉਹਨੇ ਹਿਮਾਚਲ ਪ੍ਰਦੇਸ਼ ਨੂੰ ਪੂਰੇ ਤਰੀਕੇ ਨਾਲ ਆਪਣੀ ਜਕੜ ਦੇ ਵਿੱਚ ਲਿਆ ਹੋਇਆ। ਮੈਦਾਨੀ ਇਲਾਕਿਆਂ ਦੇ ਵਿੱਚ ਦੋਵਾਂ ਰਾਜਾਂ ਦੀ ਰਾਜਧਾਨੀ ਚੰਡੀਗੜ੍ਹ ਜਿਹੜਾ ਦੀ ਉਹ ਵੀ ਇਸ ਵੇਲੇ ਠੰਡ ਦੀ ਲਪੇਟ ਦੇ ਵਿੱਚ ਹੈ। ਪੰਜਾਬ ਦੇ ਵਿੱਚ ਅੰਮ੍ਰਿਤਸਰ ਸਭ ਤੋਂ ਠੰਡਾ, ਲੁਧਿਆਣਾ ਤੇ ਪਟਿਆਲਾ ਦੂਜੇ ਨੰਬਰ ਦੇ ਉੱਤੇ ਠੰਡੇ ਜਿਹੜੇ ਜੀ ਉਹ ਕਹੇ ਜਾ ਰਹੇ ਆ। ਗੁਰਦਾਸਪੁਰ ਦਾ ਅਗਲਾ ਨੰਬਰ ਹੈ ਤੀਜੇ ਨੰਬਰ ਦੇ ਉੱਤੇ। ਹਰਿਆਣੇ ਦੇ ਵਿੱਚ ਅੰਬਾਲਾ ਤੇ ਹਿਸਾਰ ਜਿਹੜੇ ਜੀ ਉਹ ਸਭ ਤੋਂ ਠੰਡੇ ਨੇ। ਦਿਨ ਦੇ ਸਮੇਂ ਇੰਨਾ ਹੈ ਕਿ ਥੋੜੀ ਧੁੱਪ ਜਿਹੜੀ ਉਹ ਨਿਕਲਦੀ ਆ, ਜਿਹਦੀ ਵਜ੍ਹਾ ਕਰਕੇ ਕੁਝ ਠੰਡ ਤੋਂ ਰਾਹਤ ਮਿਲਦੀ ਹੈ, ਪਰ ਸੂਰਜ ਡੁੱਬਦਿਆਂ ਸਾਰ ਫਿਰ ਦੁਬਾਰਾ ਇਹ ਮੈਦਾਨੀ ਇਲਾਕੇ ਠੰਡ ਦੀ ਲਪੇਟ ਦੇ ਵਿੱਚ ਆ ਜਾਂਦੇ ਆ। ਸ਼੍ਰੀਨਗਰ ਦੇ ਵਿੱਚ ਜਿਹੜਾ ਜੀ ਉਹ -5 ਤੱਕ ਤਾਪਮਾਨ ਜਿਹੜਾ ਜੀ ਉਹ ਪਹੁੰਚ ਰਿਹਾ। ਕਾਜ਼ੀਕੁੰਡ ਦੇ ਵਿੱਚ ਤਾਪਮਾਨ ਜਿਹੜਾ ਜੀ ਉਹ -9 ਦੇ ਨੇੜੇ ਦੱਸਿਆ ਗਿਆ। ਉੱਤਰੀ ਕਸ਼ਮੀਰ ਦਾ ਗੁਲਮਰਗ ਦਾ ਤਾਪਮਾਨ ਵੀ -9 ਤੱਕ ਜਿਹੜਾ ਜੀ ਉਹ ਰਿਹਾ। ਹਿਮਾਚਲ ਪ੍ਰਦੇਸ਼ ਦੇ ਵਿੱਚ ਜਿਹੜੀ ਬਰਫ਼ਬਾਰੀ ਹੋਈ ਹੈ ਤੇ ਇੱਧਰ ਸ਼੍ਰੀਨਗਰ ਦੇ ਵਿੱਚ ਜਿਹੜੀ ਬਰਫ਼ਬਾਰੀ ਹੋਈ ਹੈ, ਇਹਦੇ ਨਾਲ ਜਿਹੜਾ ਦੁਬਾਰਾ ਇਹ ਠੰਡ ਦੀ ਲਪੇਟ ਦੇ ਵਿੱਚ ਮੈਦਾਨੀ ਇਲਾਕੇ ਜਿਹੜੇ ਜੀ ਉਹ ਆ ਗਏ ਆ। ਬੇਸ਼ੱਕ ਪਹਿਲਾਂ ਇਹ ਕਿਹਾ ਗਿਆ ਸੀਗਾ ਕਿ ਕੁਝ ਮੀਂਹ ਜਿਹੜਾ ਜੀ ਉਹ ਪਊਗਾ, ਪਰ ਉਹਦੇ ਵਿੱਚ ਤਬਦੀਲੀ ਹੋ ਗਈ ਥੋੜੀ। ਸੋ ਮੀਂਹ ਮਾੜਾ ਮੋਟਾ ਜਿਹੜਾ ਜੀ ਉਹ ਪਿਆ, ਜਿਹਦੇ ਨਾਲ ਖੁਸ਼ਕ ਠੰਡ ਜਿਹੜੀ ਆ ਉਹਨੇ ਆਪਣੀ ਲਪੇਟ ਦੇ ਵਿੱਚ ਇਹਨਾਂ ਦੋਨਾਂ ਰਾਜਾਂ ਨੂੰ ਇਸ ਵੇਲੇ ਲਿਆ ਹੋਇਆ ਜੀ। ਤੇ ਬਲਤੇਜ ਪੰਨੂ ਜੀ ਬਹੁਤ ਬਹੁਤ ਧੰਨਵਾਦ ਕਰਦੇ ਜੀ ਸਾਡੇ ਨਾਲ ਜੁੜੇ ਤੁਸੀਂ, ਤੇ ਜਿਹੜੀਆਂ ਪੰਜਾਬ ਤੋਂ ਭਾਰਤ ਤੋਂ ਖਬਰਾਂ ਬਾਰੇ ਸਾਨੂੰ ਜਾਣੂ ਕਰਨਾ। ਧੰਨਵਾਦ ਜੀ ਬਹੁਤ ਬਹੁਤ। ਤੇ ਸਰੋਤਿਓ, ਇਹ ਸਨ ਬਲਤੇਜ ਪੰਨੂ ਜੀ, ਸਾਡੇ ਨਾਲ ਜੁੜਦੇ ਨੇ ਜੀ ਪੰਜਾਬ ਤੋਂ ਭਾਰਤ ਤੋਂ ਖਬਰ 'ਤੇ ਨਜ਼ਰ ਪ੍ਰੋਗਰਾਮ ਦੇ ਵਿੱਚ, ਸ਼ਾਮ ਦੇ ਪ੍ਰੋਗਰਾਮ ਵਿੱਚ। ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਤੇ ਮਿਲਾਂਗੇ ਜੀ ਕੱਲ੍ਹ ਦੇ ਬੁਲੇਟਿਨ ਦੇ ਵਿੱਚ, ਖਬਰਾਂ ਦੇ ਬੁਲੇਟਿਨ ਦੇ ਵਿੱਚ। ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਪੰਜਾਬੀ ਰੇਡੀਓ USA।